ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਏ ਮਨ ਹਰਿ ਜੀ ਧਿਆਏ ਤੂੰ, ਇਕ ਮਨ ਇਕ ਚਿਤ ਭਾਏ। ਹਰਿ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੁਤਾਏ। ਹਉ ਹਰਿ ਕਾ ਸਦ ਬਲਿਹਾਰਣ, ਜਿਤ ਸੇਵਿਆ ਸੁਖ ਪਾਏ। ਨਾਨਕ ਗੁਰਮੁਖ ਮਿਲ ਰਹਾ, ਹਉ ਮੈਂ ਸ਼ਬਦ ਜਲਾਏ। ਮਹੱਲਾ ਤੀਜਾ। ਆਪੇ ਸੇਵਾ ਲਾਇਨ, ਆਪੇ ਬਖਸ਼ ਕਰੇ। ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਨਾਨਕ ਨਾਮ ਧਿਆਇਨ, ਤਿਨ ਨਿਜ ਘਰ ਵਾਸ ਹੈ। ਜੁਗ ਜੁਗ ਸ਼ੋਭਾ ਹੋਏ। ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ। ਮੈਂ ਤੁਝ ਬਿਨ ਅਵਰ ਨ ਕੋਈ, ਤੁਧ ਆਪੇ ਸਿਸ਼ਟ ਸਿਰਜੀਆ। ਆਪੇ ਫੁਨ ਗੋਈ, ਸਭ ਇੱਕੋ ਸ਼ਬਦ ਵਰਤਦਾ। ਜੋ ਕਰੇ ਸੋ ਹੋਈ, ਵਡਿਆਈ ਗੁਰਮੁਖ ਦੇ ਪ੍ਰਭ। ਹਰਿ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ। ਸਭ ਆਖੋ ਧੰਨ 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 ਗੁਰ ਸੋਈ। ਵਡਿਆਈ ਗੁਰਮੁਖ ਦੇ ਪ੍ਰਭ, ਹਰਿ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ। ਸਭ ਆਖੋ ਧੰਨ 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 ਗੁਰ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਤੋਂ ਗਰੀਬ ਨਵਾਜ ਪਾਤਸ਼ਾਹ ਤਖਤ ਸਾਹਿਬ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਨਿਤਨੇਮ ਬਾਣੀਆਂ ਦੇ ਪਾਠ ਸਰਵਣ ਕੀਤੇ, ਵਾਹਿਗੁਰੂ ਗੁਰਮੰਤਰ ਦੇ ਜਾਪ ਹੋਏ, ਉਪਰੰਤ ਆਸਾ ਦੀ ਵਾਰ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਭਾਈ ਅਸ਼ੋਕ ਸਿੰਘ ਜੀ ਗੰਗਾ ਨਗਰ ਵਾਲੇ ਉਹਨਾਂ ਦੇ ਰਾਗੀ ਜਥੇ ਪਾਸੋਂ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਸਮੁੱਚੀ ਮਾਨਵਤਾ ਦੇ ਭਲੇ ਲਈ ਇਲਾਹੀ ਫਰਮਾਨ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਜਿਸ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਮਤ ਬੁੱਧ ਬਖਸ਼ਿਸ਼ ਕਰਕੇ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ, ਮਨ ਦਾ ਟਿਕਾਓ ਇਕਾਗਰਤਾ ਦੀ ਦਾਤ ਮਿਲੇ, ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੱਜ ਦਾ ਜੋ ਇਲਾਹੀ ਫਰਮਾਨ ਹੈ, ਪਾਵਨ ਅੰਗ 653 ਅਤੇ 54 ਅੰਗ ਤੇ ਸੁਭਾਏਮਾਨ ਹੈ। ਸੋਰਠ ਰਾਗ ਦੀ ਵਾਰ ਵਿੱਚੋਂ ਅੱਜ ਦਾ ਇਲਾਹੀ ਫਰਮਾਨ ਹੈ। ਧੰਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ 2 ਸ਼ਲੋਕ ਅਤੇ ਇੱਕ ਜੋ ਪੌੜੀ ਹੈ ਉਹਦੇ ਨਾਲ 2 ਸ਼ਲੋਕ ਹਨ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਪਹਿਲੇ ਸ਼ਲੋਕ ਵਿੱਚ ਕਿ ਹੇ ਭਾਈ, ਹਰੀ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਣ ਲਈ ਜ਼ਰੂਰੀ ਹੈ ਕਿ ਮਨ ਦਾ ਟਿਕਾਓ ਬਣੇ, ਮਨ ਦੀ ਇਕਾਗਰਤਾ ਬਣੇ, ਇੱਕ ਮਨ ਇੱਕ ਚਿੱਤ ਹੋ ਕੇ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ। ਤੇ ਵਡਿਆਈਆਂ ਉਸ ਦੀਆਂ ਕਰਨੀਆਂ ਨੇ ਜਿਹੜਾ ਵਡਿਆਈਆਂ ਦੇ ਕੇ ਬਖਸ਼ਿਸ਼ਾਂ ਦੇ ਕੇ ਪਛਤਾਉਂਦਾ ਨਹੀਂ ਹੈ। ਗੁਰਬਾਣੀ ਦੇ ਅੰਦਰ ਜਿਤਨੀ ਵੀ ਖੇਡ ਹੈ ਸਾਰੀ ਮਨ ਦੀ ਹੀ ਖੇਡ ਦੱਸੀ ਗਈ ਹੈ। ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆਨੰਦ ਸਾਹਿਬ ਦੀ ਬਾਣੀ ਵਿੱਚ ਵੀ ਇਹੀ ਕਿਰਪਾ ਕਰਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਤਿਗੁਰੂ ਮਹਾਰਾਜ ਜੀ ਕਦੇ ਕਦੇ ਇਸ ਮਨ ਨੂੰ ਸੰਬੋਧਨ ਕਰਕੇ ਇਹ ਵੀ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਨ। ਐ ਮਨ ਤੂੰ ਪਰਮਾਤਮਾ ਦਾ ਹੀ ਸਰੂਪ ਹੈ ਤੇ ਆਪੇ ਦੀ ਪਹਿਚਾਨ ਕਰ।
ਜਦੋਂ ਇਹ ਮਨ ਜ਼ਿਆਦਾ ਖਰਾਬੀਆਂ ਕਰੇ, ਫਿਰ ਸਾਹਿਬ ਇਸ ਮਨ ਨੂੰ ਕਹਿੰਦੇ ਨੇ, ਮਨ ਤੂੰ ਕਿਉਂ ਗਧੇ ਦੀ ਤਰ੍ਹਾਂ ਜਿਹੜਾ ਹੈ ਦਲੱਤੇ ਮਾਰਦਾ ਹੈ, ਕਿਉਂ ਗਧੇ ਦੀ ਤਰ੍ਹਾਂ ਤੂੰ ਜਿਹੜਾ ਇੱਕ ਜਗ੍ਹਾ ਤੇ ਟਿਕਦਾ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਤੂੰ ਗਧਾ ਨਾ ਬਣ, ਤੂੰ ਜੋਤ ਸਰੂਪ ਬਣ। ਮਨ ਖੁੱਟਹਾਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ, ਖਰ ਕਾ ਪੈਖਰ ਤੌਸ਼ ਤੇ ਜੋ ਉੱਪਰ ਲਾਦਾ। ਭਗਤ ਕਬੀਰ ਸਾਹਿਬ ਜਿਸ ਮਨ ਨੂੰ ਕਹਿੰਦੇ ਨੇ, ਐ ਮਨਾ ਤੂੰ ਪੰਛੀ ਦੀ ਤਰ੍ਹਾਂ ਉਡਾਰੀਆਂ ਮਾਰਦਾ ਹੈ। ਜਿਵੇਂ ਪੰਛੀ ਇੱਕ ਜਗ੍ਹਾ ਤੋਂ ਉੱਡਦਾ ਹੈ, ਦੂਜੀ ਜਗ੍ਹਾ ਤੇ, ਤੀਜੀ ਜਗ੍ਹਾ ਤੇ ਜਾਂਦਾ ਹੈ। ਫਿਰ ਜਿਸ ਜਗ੍ਹਾ ਦੇ ਉੱਤੇ ਪੰਛੀ ਜਾਂਦਾ ਹੈ, ਜਿਹੋ ਜਿਹੇ ਦਰਖਤ ਉੱਤੇ ਬੈਠਦਾ ਹੈ, ਉਹੋ ਜਿਹੇ ਉਸ ਨੂੰ ਫਲ ਮਿਲ ਜਾਂਦੇ ਨੇ। ਤੇ ਭਗਤ ਕਬੀਰ ਸਾਹਿਬ ਜੀ ਇਸ ਮਨ ਨੂੰ ਪੰਛੀ ਦੀ ਉਦਾਹਰਨ ਦੇ ਕੇ ਕਹਿੰਦੇ ਨੇ ਕਿ ਜਿਸ ਤਰ੍ਹਾਂ ਪੰਛੀ ਉਡਾਰੀਆਂ ਮਾਰਦਾ, ਇੱਕ ਜਗ੍ਹਾ ਤੇ ਨਹੀਂ ਟਿਕਦਾ, ਜਗ੍ਹਾ ਜਗ੍ਹਾ ਤੇ ਉਹ ਦਰਖਤਾਂ ਉੱਤੇ ਜਾਂਦਾ ਹੈ, ਬੈਠਦਾ ਹੈ। ਐ ਮਨਾ ਤੂੰ ਵੀ ਕਿਉਂ ਭਟਕਦਾ ਹੈ, ਐ ਮਨ ਤੂੰ ਕਿਉਂ ਉਡਾਰੀਆਂ ਮਾਰਦਾ ਹੈ। ਪਰ ਯਾਦ ਰੱਖੀ ਮਨਾ, ਤੂੰ ਉਡਾਰੀਆਂ ਮਾਰ ਕੇ ਜਿੱਧਰ ਨੂੰ ਜਾਏਗਾ, ਜਿਹੋ ਜਿਹੇ ਵਿਚਾਰ ਸੁਣੇਗਾ, ਜਿਹੋ ਜਿਹੀ ਸੰਗਤ ਕਰੇਗਾ, ਤੇਰੇ ਤੇ ਉਹੋ ਜਿਹਾ ਅਸਰ ਹੋ ਜਾਣਾ ਹੈ। ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਨੇ, ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਾਹਦ ਸਜਾਏ, ਜੋ ਜੈਸੀ ਸੰਗਤ ਮਿਲੈ ਤੈ ਸੋਹੀ ਫਲ ਖਾਏ। ਭਗਤ ਕਬੀਰ ਸਾਹਿਬ ਕਹਿੰਦੇ, ਜਿਸ ਤਰ੍ਹਾਂ ਇੱਕ ਪੰਛੀ ਜਿਹੋ ਜਿਹੇ ਦਰਖਤ ਤੇ ਜਾ ਕੇ ਬੈਠਦਾ, ਉਹੋ ਜਿਹਾ ਉਹਨੂੰ ਫਲ ਮਿਲ ਜਾਂਦਾ। ਐ ਮਨਾ ਇਸੇ ਤਰ੍ਹਾਂ ਤੂੰ ਵੀ ਪੰਛੀ ਦੀ ਤਰ੍ਹਾਂ ਜੇ ਉਡਾਰੀਆਂ ਮਾਰਦਾ ਹੈ, ਤੇ ਫਿਰ ਜਿਹੋ ਜਿਹੀ ਜਗ੍ਹਾ ਤੇ ਤੂੰ ਜਾਵੇਂਗਾ, ਉਹੋ ਜਿਹੇ ਵਿਚਾਰ, ਉਹੋ ਜਿਹਾ ਪ੍ਰਭਾਵ ਤੇਰੇ ਉੱਤੇ ਪੈ ਜਾਏਗਾ। ਭਗਤ ਕਬੀਰ ਸਾਹਿਬ ਜੀ ਅਸਲ ਵਿੱਚ ਮਨ ਨੂੰ ਇਹ ਕਹਿਣਾ ਚਾਹੁੰਦੇ ਨੇ, ਮਨਾ ਤੂੰ ਸਤ ਸੰਗਤ ਵਿੱਚ ਜਾ, ਚੰਗੇ ਵਿਚਾਰ ਸੁਣ, ਤਾਂ ਕਿ ਤੇਰੇ ਉੱਤੇ ਪ੍ਰਭਾਵ ਵੀ ਚੰਗਾ ਹੀ ਪਵੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਮਨ ਬਾਰੇ ਹੋਰ ਵੀ ਮੇਰੇ ਸਾਹਿਬ ਕਿਰਪਾ ਕਰਦੇ ਨੇ। ਕਹਿੰਦੇ, ਐ ਮਨ, ਜੇ ਤੇਰੇ ਅੰਦਰ ਮਲੀਨਤਾ ਹੋਏਗੀ, ਤੇਰੇ ਅੰਦਰ ਮੈਲਾਪਣ ਹੋਏਗਾ, ਤੇ ਤੇਰੇ ਇਸ ਮੈਲੇਪਣ ਹੋਣ ਕਰਕੇ, ਮੈਲਾ ਹੋਣ ਕਰਕੇ ਤੈਨੂੰ ਜਗਤ ਸੰਸਾਰ ਵੀ ਚੰਗਾ ਨਹੀਂ ਲੱਗਣਾ, ਜਗਤ ਸੰਸਾਰ ਵੀ ਤੈਨੂੰ ਮੈਲਾ ਹੀ ਲੱਗੇਗਾ। ਇਸੇ ਕਰਕੇ ਸਾਹਿਬ ਮਨ ਦੀ ਗੱਲ ਕਰਦਿਆਂ ਹੋਇਆਂ ਪਾਵਨ ਪਵਿੱਤਰ ਗੁਰਬਾਣੀ ਦੇ ਬਚਨ ਨੇ। ਸਾਹਿਬ ਜੀ ਕਹਿੰਦੇ ਨੇ, ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹਸ਼ਾ ਨ ਹੋਏ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ, ਜੇ ਮਨ ਮੈਲਾ ਹੈ ਤਾਂ ਸੰਸਾਰ ਵੀ ਮੈਲਾ ਹੀ ਜਾਪੇਗਾ। ਤੋ ਸੰਸਾਰ ਮੈਲਾ ਜਦੋਂ ਜਾਪੇਗਾ, ਫਿਰ ਜੀਵ ਤਨ ਨੂੰ ਧੋ ਕੇ ਕਵੇ ਕਿ ਮਨ ਹਸ਼ਾ ਹੋ ਜਾਏ। ਸਤਿਗੁਰੂ ਕਹਿੰਦੇ, ਭਈ ਤਨ ਧੋਣ ਨਾਲ ਨਹੀਂ, ਮਨ ਧੋਣ ਨਾਲ ਹੀ ਮਨ ਹਸ਼ਾ ਹੋਏਗਾ। ਤੇ ਮਨ ਧੋਣ ਦਾ ਕੀ ਤਰੀਕਾ ਹੈ? ਜੋ ਅਸੀਂ ਨਿੱਤ ਦੀ ਬਾਣੀ ਜਪਜੀ ਸਾਹਿਬ ਪੜ੍ਹਦੇ ਹਾਂ, ਉਹਦੇ ਵਿੱਚ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਦੀ ਜੁਗਤ ਵੀ ਦੱਸਦੇ ਨੇ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਸਾਹਿਬ ਜੀ ਕਹਿੰਦੇ ਨੇ, ਜਿਹੜਾ ਮਨ ਹੈ ਇਹ ਜੇ ਧੋਣਾ ਹੈ, ਸਾਫ਼ ਕਰਨਾ ਹੈ, ਤਾਂ ਇਹ ਪਰਮਾਤਮਾ ਦੀ ਬਾਣੀ ਨਾਲ, ਨਾਮ ਨਾਲ, ਸੰਗਤ ਵਿੱਚ ਆਉਣ ਨਾਲ ਹੀ ਸ਼ੁੱਧ ਤੇ ਸਾਫ਼ ਹੁੰਦਾ ਹੈ। ਤੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਕੀਤਾ ਹੋਇਆ ਸਿਮਰਨ ਹੀ ਪ੍ਰਭੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ। ਇਸੇ ਕਰਕੇ ਭੱਟ ਸਾਹਿਬਾਨ ਵੀ ਜਦੋਂ ਗੁਰੂ ਸਾਹਿਬਾਨਾਂ ਦੀ ਵਡਿਆਈ ਕਰਦੇ ਨੇ ਤੇ ਇਹੀ ਸ਼ਬਦ ਵਰਤਦੇ ਨੇ, ਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਭੱਟ ਸਾਹਿਬਾਨ ਕਹਿੰਦੇ ਨੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੀ ਭਈ ਬੰਦਗੀ ਕੀਤੀ ਹੈ ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਪ੍ਰਭੂ ਪਰਮਾਤਮਾ ਦੀਆਂ ਵਡਿਆਈਆਂ ਕੀਤੀਆਂ। ਇੱਕ ਮਨ ਚਿੱਤ ਹੋ ਕੇ ਉਸ ਪ੍ਰਭੂ ਪਰਮਾਤਮਾ ਨੂੰ ਉਹਨਾਂ ਨੇ ਯਾਦ ਕੀਤਾ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅਸੀਂ ਇਸ ਸਾਖੀ ਨੂੰ ਦੇਖਦੇ ਹਾਂ, ਜੋ ਸੁਲਤਾਨਪੁਰ ਲੋਧੀ ਵਿਖੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨਿਵਾਜ ਪੜ੍ਹਨ ਵਾਲਿਆਂ ਨੂੰ ਕਹਿ ਰਹੇ ਨੇ, ਕੇਵਲ ਉਹਨਾਂ ਨੂੰ ਹੀ ਨਹੀਂ ਕਹਿ ਰਹੇ, ਸਮੁੱਚੀ ਮਾਨਵਤਾ ਨੂੰ ਸੁਨੇਹਾ ਦੇ ਰਹੇ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਉੱਥੇ ਇਹ ਗੱਲ ਕਹਿੰਦੇ ਪਏ ਨੇ ਉਸ ਕਾਜ਼ੀ ਨੂੰ ਤੇ ਰਾਜੇ ਨੂੰ, ਇਹ ਗੱਲ ਕਹਿੰਦੇ ਨੇ ਸਤਿਗੁਰੂ ਮਹਾਰਾਜ ਜੀ ਕਿ ਭਾਈ, ਕੋਈ ਤੇ ਆਪਣੇ ਘਰ ਦੇ ਵਿੱਚ ਇਹ ਵੇਖਦਾ ਪਿਆ ਹੈ ਕਿ ਘੋੜੀ ਸੂਈ ਹੈ, ਵਛੇਰੀ ਕਿਤੇ ਖੂਜ ਨਾ ਡਿੱਗ ਪਏ। ਕੋਈ ਕਾਬਲ ਵਿਖੇ ਜਾ ਕੇ ਘੋੜਿਆਂ ਦੀ
ਖਰੀਦਦਾਰੀ ਕਰ ਰਿਹਾ ਹੈ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਮੁਸਲਮਾਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਨਮਾਜ਼ ਪੜ੍ਹਨ ਲੱਗੇ ਤੁਹਾਡਾ ਧਿਆਨ ਕਿੱਥੇ ਹੈ। ਸਾਨੂੰ ਕਹਿ ਰਹੇ ਨੇ, ਸਮੁੱਚੀ ਮਾਨਵਤਾ ਨੂੰ ਕਹਿ ਰਹੇ ਨੇ ਕਿ ਕੋਈ ਵੀ ਹੋਵੇ ਭਈ ਜਿਹੜਾ ਧਰਮ ਦੇ ਰਸਤੇ ਤੇ ਤੁਰਨ ਵਾਲਾ ਹੈ, ਉਹ ਭਾਵੇਂ ਸਿੱਖ ਹੋਵੇ, ਈਸਾਈ ਹੋਵੇ, ਹਿੰਦੂ ਹੋਵੇ, ਬੋਧੀ ਹੋਵੇ, ਜੈਨੀ ਹੋਵੇ, ਪਾਰਸੀ ਹੋਵੇ, ਮੁਸਲਮਾਨ ਹੋਵੇ, ਕੋਈ ਵੀ ਹੋਵੇ, ਜਿਹਨੇ ਭਈ ਧਰਮ ਦੇ ਰਸਤੇ ਤੇ ਤੁਰਨਾ ਹੈ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਸਿੱਖਿਆ ਦੇਣਾ ਚਾਹੁੰਦੇ ਨੇ ਕਿ ਜਿੰਨਾ ਸਮਾਂ ਤੁਸੀਂ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਵਡਿਆਈ ਕਰਨੀ ਹੈ, ਸਿਫਤ ਕਰਨੀ, ਉਸ ਸਮੇਂ ਨੂੰ ਉਸ ਵੇਲੇ ਆਪਣਾ ਮਨ, ਚਿੱਤ, ਧਿਆਨ ਜਿਹੜਾ ਹੈ ਇੱਕ ਜਗ੍ਹਾ ਤੇ ਹੀ ਕੇਂਦਰਿਤ ਕਰਨਾ ਚਾਹੀਦਾ ਹੈ। ਇਹ ਨਹੀਂ ਕਿ ਬੰਦਾ ਬੈਠਾ ਗੁਰਦੁਆਰੇ ਹੈ, ਬੈਠਾ ਸਿਮਰਨ ਵਿੱਚ ਹੈ, ਬੈਠਾ ਸੰਗਤ ਵਿੱਚ ਹੈ, ਬੈਠਾ ਬਾਣੀ ਪੜ੍ਹਨ ਚਾਹੇ ਸੁਣਨ ਵਿੱਚ ਹੈ ਤੇ ਉਹ ਮਨ ਦੌੜਾਈ ਫਿਰਦਾ ਹੈ ਆਪਣੀਆਂ ਕਾਰੋਬਾਰਾਂ ਵਿੱਚ, ਘਰ ਦਿਆਂ ਧੰਦਿਆਂ ਵਿੱਚ, ਹੋਰ ਕੰਮਾਂ ਕਾਰਾਂ ਵਿੱਚ। ਤੇ ਉਸ ਵੇਲੇ ਕੋਸ਼ਿਸ਼ ਕਰਨੀ ਚਾਹੀਦੀ ਹੈ, ਯਤਨ ਕਰਨਾ ਚਾਹੀਦਾ, ਭਾਵੇਂ ਕਿ ਬਾਣੀ ਇਹ ਕਹਿੰਦੀ ਹੈ ਕਿ ਮਨ ਵਸੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਇਹਦੀ ਕਿਰਪਾ ਤੋਂ ਬਿਨਾਂ ਨਹੀਂ ਇਹ ਖੇਡ ਬਣਦੀ, ਪਰ ਯਤਨ ਤਾਂ ਬੰਦੇ ਨੇ ਕਰਨਾ ਹੈ, ਕੋਸ਼ਿਸ਼ ਤਾਂ ਮਨੁੱਖ ਨੇ ਕਰਨੀ ਹੈ। ਤੋ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਤਾਂ ਬੜੀਆਂ ਪਿਆਰੀਆਂ ਉਦਾਹਰਨਾਂ ਦਿੰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ ਤੁਸੀਂ ਕਦੀ ਵੇਖੋ ਬੰਦੇ ਵੱਲੇ, ਇਹ ਹਿਸਾਬ ਕਿਤਾਬ ਕਰਦਾ ਹੋਵੇ ਨਾ ਬੰਦਾ, ਹਿਸਾਬ ਕਿਤਾਬ, ਉਦੋਂ ਬੜਾ ਮਨ ਦਾ ਟਿਕਦਾ ਹੈ। ਕਿਉਂ ਟਿਕਦਾ ਹੈ? ਕਿਉਂਕਿ ਇਹਨੂੰ ਪਤਾ ਜੇ ਇੱਕ ਨਿੱਕਾ ਜਿਹਾ ਵੀ ਫਰਕ ਪੈ ਗਿਆ ਨਾ ਅੱਖਰ ਦਾ ਤੇ ਲੈਣੇ ਦੇ ਦੇਣੇ ਪੈ ਜਾਣੇ। ਰਕਮ ਹੀ ਬੰਦਾ ਲਿਖਦਾ ਹੋਵੇ, ਚੈੱਕ ਹੀ ਬੰਦਾ ਮੰਨ ਲਓ ਭਰਦਾ ਹੋਵੇ ਤੇ ਭਰਦਿਆਂ ਉੱਥੇ 10,000 ਲਿਖਣਾ ਤੇ ਇੱਕ ਹੀ ਜ਼ੀਰੋ ਪੈ ਗਈ ਤੇ ਕਿੱਧਰ ਦੀ ਖੇਡ ਕਿੱਧਰ ਨੂੰ ਚੱਲ ਜਾਣੀ ਹੈ। ਉਸ ਵੇਲੇ ਬੰਦੇ ਦਾ ਇੰਨਾ ਟਿਕਾਊ ਹੁੰਦਾ, ਇੰਨੀ ਇਕਾਗਰਤਾ ਹੁੰਦੀ ਹੈ ਪੈਸੇ ਗਿਣਨ ਵਿੱਚ, ਪੈਸੇ ਦੇਣ ਵਿੱਚ, ਪੈਸੇ ਲੈਣ ਵਿੱਚ, ਹਿਸਾਬ ਕਿਤਾਬ ਦੇ ਵਿੱਚ। ਭਾਈ ਗੁਰਦਾਸ ਕਹਿੰਦੇ ਜਿੰਨਾ ਮਨ ਉਦੋਂ ਟਿਕਦਾ ਹੈ, ਜਿੰਨੀ ਉਦੋਂ ਇਕਾਗਰਤਾ ਬਣਦੀ ਹੈ, ਉਨੀ ਇਕਾਗਰਤਾ ਬੰਦਾ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਨਾਮ ਵਾਲੇ ਬੰਨੇ ਨਹੀਂ ਬਣਾਉਂਦਾ। ਇੱਧਰਲੇ ਬੰਨੇ ਇੰਨਾ ਧਿਆਨ, ਇੰਨਾ ਟਿਕਾਊ ਨਹੀਂ ਬਣਾਉਂਦਾ ਜਿੰਨਾ ਉਸ ਵੇਲੇ ਉਦੋਂ ਬਣਾਉਂਦਾ ਹੈ। ਤੁਸੀਂ ਕਦੀ ਦੇਖੋ, ਫਿਰ ਉਦੋਂ ਤੁਸੀਂ ਇਹ ਵੀ ਦੇਖੋ, ਭਾਵੇਂ ਬੰਦੇ ਦੇ ਕੋਲੇ ਕਿੰਨੀਆਂ ਵੀ ਕੋਈ ਗੱਲਾਂ ਬਾਤਾਂ ਕਰੀ ਜਾਂਦਾ ਹੋਵੇ, ਪਰ ਉਸ ਵੇਲੇ ਉਹ ਬੰਦਾ ਇੰਨਾ ਮਗਨ ਹੋਇਆ ਹੁੰਦਾ, ਇੰਨਾ ਮਸਤ ਹੋਇਆ ਹੁੰਦਾ ਹੈ ਪੈਸੇ ਦੇਣ ਲੈਣ ਹਿਸਾਬ ਕਿਤਾਬ ਦੇ ਵਿੱਚ। ਭਾਵੇਂ ਲਾਗੇ ਢੋਲ ਢਮੱਕੇ ਵੀ ਕਿਉਂ ਨਾ ਵੱਜਦੇ ਹੋਣ ਤਾਂ ਵੀ ਉਹਨੂੰ ਕੁਝ ਨਹੀਂ ਸੁਝਦਾ, ਕੇਵਲ ਉਹਦਾ ਧਿਆਨ ਇੱਕੇ ਬੰਨੇ ਕੇਂਦਰਿਤ ਹੈ ਵੀ ਮੇਰੇ ਕੋਲੋਂ ਜੇ ਨਿੱਕੀ ਜਿਹੀ ਵੀ ਗਲਤੀ ਹੋ ਗਈ ਤੇ ਇਹ ਗਲਤੀ ਦਾ ਮੈਨੂੰ ਜਿਹੜਾ ਹੈ ਹੋ ਸਕਦਾ ਪਤਾ ਨਹੀਂ ਕਿੱਡਾ ਵੱਡਾ ਖਮਿਆਜਾ ਮੁੜ ਕੇ ਭੁਗਤਣਾ ਪਵੇ। ਤਾਂ ਭਾਈ ਸਾਹਿਬ ਜੀ ਕਹਿੰਦੇ ਨੇ ਉਸ ਤਰ੍ਹਾਂ ਕਰਕੇ ਜੇ ਬੰਦੇ ਨੂੰ ਸਮਝ ਆ ਜਾਵੇ ਵੀ ਮੈਂ ਉਹ ਦੁਨਿਆਵੀ ਕੰਮਕਾਰ ਲਈ, ਦੁਨਿਆਵੀ ਇਸ ਮਾਇਆ ਦੇ ਹਿਸਾਬ ਕਿਤਾਬ ਦੇ ਲਈ ਜਿੰਨਾ ਟਿਕਾਊ ਇਕਾਗਰਤਾ ਬਣਾਉਣਾ, ਉਹ ਸਮਾਂ ਭਾਈ ਸਾਹਿਬ ਜੀ ਕਹਿੰਦੇ ਜੇ ਕਿਤੇ ਮਨ 'ਚ ਇਹ ਖਿਆਲ ਆਵੇ ਵੀ ਜਦੋਂ ਮੈਂ ਪਾਠ ਕਰਨਾ, ਬੰਦਗੀ ਕਰਨੀ ਹੈ, ਸਿਮਰਨ ਕਰਨਾ, ਸੰਗਤ ਕਰਨੀ, ਉਦੋਂ ਵੀ ਆਪਣੇ ਸਾਰੇ ਫੁਰਨਿਆਂ ਨੂੰ ਰੋਕ ਕੇ ਉਹ ਕੋਸ਼ਿਸ਼ ਕਰੇ ਕਿ ਗੁਰੂ ਸ਼ਬਦ ਵਿੱਚ ਆਪਣਾ ਮਨ ਜੋੜੇ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਬਾਣੀ ਬਹੁਤ ਪੜ੍ਹਦੇ ਹਾਂ, ਸੰਗਤ ਬੜੀ ਕਰਦੇ ਹਾਂ, ਸੇਵਾ ਵੀ ਕਰਦੇ ਹਾਂ, ਸਿਮਰਨ ਵੀ ਕਰਦੇ ਹਾਂ, ਪਰ ਸੱਚੇ ਪਾਤਸ਼ਾਹ ਪਤਾ ਨਹੀਂ ਕੀ ਕਾਰਨ ਹੈ ਮਨ ਟਿਕਦਾ ਨਹੀਂ। ਇਹ ਹਰੇਕ ਦਾ ਹੀ ਸਵਾਲ ਹੈ ਔਰ ਜਿਹੜੇ ਡੇਰੇਦਾਰ ਬਾਬੇ ਨੇ ਉਹ ਇਸ ਚੀਜ਼ ਤੋਂ ਹੀ ਬੜਾ ਫਾਇਦਾ ਲੋਕਾਂ ਦਾ ਉਠਾ ਰਹੇ ਨੇ ਕਿ ਹਰ ਬੰਦਾ ਜਾ ਕੇ ਉਹਨਾਂ ਬਾਬਿਆਂ ਨੂੰ ਇੱਕੋ ਗੱਲ, ਬਾਬਾ ਜੀ ਮਨ ਨਹੀਂ ਟਿਕਦਾ, ਫਿਰ ਕਈ ਤਰ੍ਹਾਂ ਦੇ ਉਹ ਅੱਗੋਂ ਝਮੇਲਿਆਂ 'ਚ ਫਸਾ ਦਿੰਦੇ ਆ ਜੀਵ ਨੂੰ, ਨਾਲੇ ਉਹਨਾਂ ਦੀ ਦੁਕਾਨਦਾਰੀ ਚੱਲਦੀ ਜਾਂਦੀ ਰਹਿੰਦੀ ਹੈ ਤੇ ਲੋਕਾਂ ਦਾ ਬਸ ਮਨ ਤਾਂ ਕੀ ਟਿਕਣਾ ਹੁੰਦਾ ਹੈ। ਉਦੋਂ ਹੀ ਪਤਾ ਲੱਗਦਾ ਜਦੋਂ ਬਾਬਿਆਂ ਦਾ ਹੀ ਜਿਹੜਾ ਮਨ ਹੈ ਉਹ ਕਿਸੇ ਹੋਰ ਬੰਨੇ ਚਲਿਆ ਜਾਂਦਾ ਹੈ। ਕਹਿਣ ਤੋਂ ਭਾਵ ਹੈ ਕਿ ਇਸ ਨਾਂ ਦੇ ਉੱਤੇ ਵੀ ਬੜੀ ਲੁੱਟ ਹੋ ਰਹੀ ਹੈ, ਪਰ ਆਓ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਬੜਾ ਵਧੀਆ ਉਦਾਹਰਨਾਂ ਦੇ ਕੇ ਮੇਰੇ ਸਾਹਿਬ ਸਮਝਾਉਂਦੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲੇ ਸਿੱਖ ਆਏ, ਬੇਨਤੀ ਕੀਤੀ ਮਹਾਰਾਜ ਕਿ ਸਾਡਾ ਮਨ ਟਿਕਾਓ ਵਿੱਚ ਨਹੀਂ ਆਉਂਦਾ, ਬਾਣੀ ਵੀ ਪੜ੍ਹਦੇ ਹਾਂ, ਸੰਗਤ ਵੀ ਕਰਦੇ ਹਾਂ, ਸੇਵਾ ਵੀ ਕਰਦੇ ਹਾਂ, ਸਿਮਰਨ ਵੀ ਕਰਦੇ ਹਾਂ, ਤੇ ਸੱਚੇ ਪਾਤਸ਼ਾਹ ਪਤਾ ਨਹੀਂ ਮਨ ਕਿਉਂ ਨਹੀਂ ਟਿਕਦਾ। ਤੇ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੂੰ ਬੜੀਆਂ ਪਿਆਰੀਆਂ ਉਦਾਹਰਨਾਂ ਦੇ ਕੇ ਮੇਰੇ ਸਾਹਿਬ ਸਮਝਾਉਂਦੇ ਨੇ। ਸ਼੍ਰੀ ਗੁਰੂ ਰਾਮਦਾਸ ਉਪਕਾਰੀ, ਕਵੀ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਦੇ ਵਿੱਚ ਇਹ ਜ਼ਿਕਰ ਕਰਦੇ ਨੇ। ਸ਼੍ਰੀ ਗੁਰੂ ਰਾਮਦਾਸ ਉਪਕਾਰੀ, ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ
ਜੋ ਆਏ ਹੀ ਪਰਉਪਕਾਰ ਵਾਸਤੇ, ਜੀਵਾਂ ਦੇ ਭਲੇ ਵਾਸਤੇ। ਤੇ ਕੀ ਸਾਹਿਬ ਕਹਿ ਰਹੇ ਨੇ, ਬਾਣੀ ਕਰਨਾ ਠਾਨ ਉਚਾਰੀ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਰਚਨਾ ਤੋਂ ਜੋ ਬਚਨ ਕਹੇ, ਉਹਨਾਂ ਆਏ ਹੋਏ ਸਿੱਖਾਂ ਨੂੰ ਉਹਨਾਂ ਦੇ ਸਵਾਲ ਦਾ ਜੋ ਜਵਾਬ ਦੇਣ ਲੱਗੇ ਨੇ ਗੁਰੂ ਰਾਮਦਾਸ ਮਹਾਰਾਜ ਜੀ। ਕਵੀ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਵਿੱਚ ਉਹਦਾ ਜ਼ਿਕਰ ਕਰਦੇ ਨੇ, ਕਹਿੰਦੇ ਨੇ, ਜਿਮ ਨਿਸ ਦਿਨ ਘਰ ਤੁਮ ਕਾਜ ਸੁਧਾਰੇ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਕਹਿੰਦੇ ਨੇ, ਜਿਸ ਤਰ੍ਹਾਂ ਤੁਸੀਂ ਆਪਣੇ ਘਰ ਦੇ ਕੰਮ ਦਿਨ ਰਾਤ ਕਰਦੇ ਹੋ ਤੇ ਚਾਅ ਨਾਲ ਕਰਦੇ ਹੋ। ਹੁਣ ਕੋਈ ਬੱਧਾ ਚੱਟੀ ਕੰਮ ਨਹੀਂ ਕਰਦਾ ਜਿਹੜਾ ਘਰ ਦਾ ਕੰਮ ਹੁੰਦਾ ਨਾ, ਚਾਹੇ ਉਹ ਬੀਬੀਆਂ ਦਾ ਕੰਮ ਹੋਵੇ, ਚਾਹੇ ਬੰਦਿਆਂ ਦਾ ਕੰਮ ਹੋਵੇ। ਤੇ ਕੋਈ ਵੀ ਆਪਣੇ ਘਰ ਦੇ ਕੰਮ ਨੂੰ ਬੱਧਾ ਚੱਟੀ ਨਹੀਂ ਕਰਦਾ, ਵੀ ਬੱਧੋ ਰੁੱਧੀ ਕਰਦਾ ਹੈ, ਬੱਝਾ ਬੁਝਾਇਆ ਕਰਦਾ ਹੈ। ਚਾਅ ਹੁੰਦਾ ਹੈ ਬੀਬੀਆਂ ਨੂੰ ਪ੍ਰਸ਼ਾਦੇ ਦਾ, ਘਰ ਦੇ ਕੰਮ ਕਰਦਾ, ਬੰਦਿਆਂ ਨੂੰ ਆਪਣੇ ਕਾਰੋਬਾਰ ਦਾ। ਇੱਕ ਚਾਅ ਨਾਲ ਹੀ ਬੰਦਾ ਕੰਮ ਕਰਦਾ ਨਾ, ਖੁਸ਼ੀ ਖੁਸ਼ੀ ਕਰਦਾ ਹੈ, ਕਾਰੋਬਾਰ ਵਧਾਉਣ ਵਾਸਤੇ ਕਰਦਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਨੇ, ਜਿਸ ਤਰ੍ਹਾਂ ਤੁਸੀਂ ਆਪਣੇ ਘਰਾਂ ਦੇ ਕੰਮ ਦਿਨ ਰਾਤ ਕਰਦੇ ਹੋ ਤੇ ਚਾਅ ਨਾਲ ਕਰਦੇ ਹੋ, ਉਦੋਂ ਕੋਈ ਬੱਧਾ ਚੱਟੀ ਨਹੀਂ ਹੁੰਦੀ ਤੇ ਨਾ ਹੀ ਉਦੋਂ ਕਿਸੇ ਉੱਤੇ ਕੋਈ ਥੋਪਿਆ ਹੋਇਆ ਹੁੰਦਾ ਕੰਮ ਵੀ ਇਹ ਕਰਨਾ ਹੀ ਪੈਣਾ ਹੈ। ਉਸ ਵੇਲੇ ਬੰਦਾ ਆਪਣੇ ਫਾਇਦੇ ਵਾਸਤੇ ਕਰਦਾ ਹੈ ਕਿ ਆਹ ਕੰਮ ਕਰਾਂਗਾ, ਮੈਨੂੰ ਲਾਭ ਹੀ ਹੋਣਾ ਹੈ, ਇਹਦੇ ਵਿੱਚ ਮੇਰਾ ਹੀ ਫਾਇਦਾ ਹੋਣਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਮਝਾਉਂਦੇ ਨੇ ਕਿ ਤੁਸੀਂ ਕਹਿੰਦੇ ਹੋ ਮਨ ਨਹੀਂ ਟਿਕਦਾ। ਸਾਹਿਬ ਘਰ ਦੇ ਕੰਮਕਾਰ ਦੇ ਰਾਹੀਂ, ਕਿਰਤਕਾਰ ਵਿਹਾਰ ਦੇ ਰਾਹੀਂ ਉਹਨਾਂ ਨੂੰ ਸਮਝਾ ਰਹੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਜੇ ਮੰਨਿਸ ਦਿਨ ਤੁਮ ਘਰ ਕਾਜ ਸੁਧਾਰੇ, ਤਿਆਗੋ ਕਬਹੂ ਨਾ ਲੱਗੇ ਹੈ ਪਿਆਰੇ। ਸਾਹਿਬ ਕਹਿੰਦੇ ਉਦੋਂ ਆਪਾਂ ਕੰਮ ਕਾਰ ਕਰਦੇ ਹਾਂ, ਪਿਆਰ ਨਾਲ ਕਰਦੇ ਹਾਂ, ਪ੍ਰੇਮ ਨਾਲ ਕਰਦੇ ਹਾਂ, ਚਾਅ ਨਾਲ ਕਰਦੇ ਹਾਂ ਤੇ ਕੰਮ ਨੂੰ ਕਦੀ ਤਿਆਗਦੇ ਵੀ ਨਹੀਂ, ਕਦੀ ਆਪਾਂ ਕੋਈ ਜਵਾਬ ਵੀ ਨਹੀਂ ਦਿੰਦੇ ਮੈਂ ਨਹੀਂ ਇਹ ਕੰਮ ਕਰਨਾ। ਉਦੋਂ ਜਿਹੜਾ ਵੀ ਕੋਈ ਘਰ ਦਾ ਮੈਂਬਰ ਕੰਮ ਕਹਿੰਦਾ ਹੈ, ਭੱਜ ਭੱਜ ਕੇ ਕਰਦੇ ਹਾਂ। ਤੇ ਸ਼੍ਰੀ ਗੁਰੂ ਰਾਮਦਾਸ ਜੀ ਕਹਿੰਦੇ ਨੇ, ਜਿਸ ਤਰ੍ਹਾਂ ਦਿਨ ਰਾਤ ਘਰ ਦੇ ਕੰਮਾਂ ਨੂੰ ਬੜੇ ਚਾਅ ਨਾਲ ਕੀਤਾ ਜਾਂਦਾ ਹੈ, ਤਥਾ ਪਿਆਰ ਧਰੋ ਗੁਰਬਾਣੀ। ਇਸ ਤਰ੍ਹਾਂ ਦਾ ਪਿਆਰ ਗੁਰਬਾਣੀ ਨਾਲ, ਗੁਰੂ ਨਾਲ ਬਣਾਓ, ਜਿਸ ਤਰ੍ਹਾਂ ਦਾ ਪਿਆਰ ਆਪਣੇ ਕਾਰੋਬਾਰ ਨਾਲ ਹੁੰਦਾ ਹੈ, ਚਾਅ ਨਾਲ ਕਰਦੇ। ਗੁਰੂ ਸਾਹਿਬ ਜੀ ਕਹਿੰਦੇ, ਵੇਖਿਓ ਕਿ ਮਨ ਟਿਕਦਾ ਕਿ ਨਹੀਂ ਟਿਕਦਾ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਤਥਾ ਪਿਆਰ, ਇਸੇ ਤਰ੍ਹਾਂ ਦਾ ਪਿਆਰ ਧਰੋ ਗੁਰਬਾਣੀ। ਭਈ ਗੁਰਬਾਣੀ ਨਾਲ, ਗੁਰੂ ਦੇ ਬਚਨਾਂ ਨਾਲ ਵੀ ਇੱਦਾਂ ਦਾ ਹੀ ਪ੍ਰੇਮ ਬਣਾਓ। ਤੇ ਸਾਹਿਬ ਜੀ ਕਹਿੰਦੇ ਨੇ, ਪਠਨ ਸੁਣਨ ਕੀ ਚੈ ਰੁਚ ਠਾਨੀ। ਬਈ ਪੜ੍ਹਨ ਲਈ ਤੇ ਸੁਣਨ ਲਈ ਰੁਚੀ ਬਣਾਓ, ਅੰਦਰ ਚਾਹ ਪੈਦਾ ਹੋਵੇ ਕਿ ਮੈਂ ਗੁਰੂ ਦੇ ਬਚਨਾਂ ਨੂੰ ਸੁਣਨਾ ਹੈ, ਗੁਰੂ ਦੇ ਬਚਨਾਂ ਨੂੰ ਪੜ੍ਹਨਾ ਹੈ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਪੜ੍ਹਨ ਸੁਣਨ ਵਾਸਤੇ ਫਿਰ ਰੁਚੀ ਪੈਦਾ ਕਰੋ, ਅੰਦਰ ਚਾਹ ਪੈਦਾ ਕਰੋ। ਤੇ ਸਾਹਿਬ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਧਰਿਓ ਅਰਥ ਕੋ ਸ਼ਬਦ ਮਝਾਰਾ। ਕਹਿੰਦੇ ਆਪਣੇ ਹਿਰਦੇ ਵਿੱਚ ਫਿਰ ਗੁਰੂ ਦੇ ਸ਼ਬਦ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਅਰਥਾਂ ਨੂੰ ਜਾਣਨ ਦੀ ਕੋਸ਼ਿਸ਼ ਕਰੋ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ, ਸਾਨੂੰ ਗੁਰੂ ਮਹਾਰਾਜ ਜੀ ਇਸ ਸ਼ਬਦ ਵਿੱਚ ਕੀ ਉਪਦੇਸ਼ ਦਿੰਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਪਹਿਲਾਂ ਬਾਣੀ ਪੜ੍ਹੋ ਤੇ ਸੁਣੋ, ਫਿਰ ਬਾਣੀ ਪੜ੍ਹਨ ਸੁਣਨ ਤੋਂ ਬਾਅਦ ਜਿਹੜੀ ਗੁਰਬਾਣੀ ਦੇ ਬਚਨ ਨੇ, ਸ਼ਬਦ ਨੇ, ਉਹਨਾਂ ਦੇ ਅਰਥ ਭਾਵ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜਾਣਨ ਦੀ ਕੋਸ਼ਿਸ਼ ਕਰੋ। ਸਾਹਿਬ ਕਹਿੰਦੇ, ਧਰੋ ਅਰਥ ਕੋ ਸ਼ਬਦ ਮਜਾਰਾ, ਬਾਰ ਬਾਰ ਉਰ ਕਰੋ ਵਿਚਾਰਾ। ਸਾਹਿਬ ਜੀ ਕਹਿੰਦੇ ਫਿਰ ਬਾਰ ਬਾਰ ਉਹਦੇ 'ਤੇ ਵਿਚਾਰ ਕਰੋ, ਬਾਰ ਬਾਰ ਉਹਦੇ ਬਾਰੇ ਸੋਚੋ। ਜਦੋਂ ਬਾਰ ਬਾਰ ਸ਼ਬਦ ਬਾਰੇ ਸੋਚਾਂਗੇ, ਸ਼ਬਦ ਦੀ ਵਿਚਾਰ ਬਾਰੇ ਸੋਚਾਂਗੇ, ਤੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਫਿਰ ਵੇਖਿਓ ਖਾ ਮਨ ਇੱਧਰ ਉੱਧਰ ਕਿੱਧਰ ਦੌੜ ਜਾਏਗਾ, ਟਿਕ ਜਾਏਗਾ। ਤੇ ਬਾਰ ਬਾਰ ਵਿਚਾਰ ਕਿਹੜੀ ਚੀਜ਼ ਦੀ ਕਰਨੀ ਹੈ? ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਆਏ ਸਿੱਖਾਂ ਨੂੰ ਕਹਿ ਰਹੇ ਨੇ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਗੁਰੂ ਸਾਹਿਬ ਨੇ ਕਿਹਾ, ਕਿਆ ਗੁਰ ਕਹੈ ਘਰੇ ਹਮ ਕਹਾ। ਇਹ ਵਿਚਾਰ ਕਰੋ ਖਾ ਮਨ ਟਿਕਾਉਣ ਵਾਸਤੇ ਕਿ ਗੁਰੂ ਸਾਨੂੰ ਕੀ ਕਹਿੰਦਾ ਤੇ ਅਸੀਂ ਕੀ ਕਰਦੇ ਪਏ ਹਾਂ। ਮਨ ਟਿਕਾਉਣ ਵਾਸਤੇ ਇਹ ਇੱਕ ਬੜਾ ਵਧੀਆ ਫਾਰਮੂਲਾ ਹੈ ਵੀ ਗੁਰੂ ਕੀ ਕਹਿ ਰਿਹਾ ਤੇ ਅਸੀਂ ਕੀ ਕਰਦੇ ਆ। ਫਿਰ ਵੇਖਿਓ ਖਾ ਮਨ ਕਿੱਧਰ ਭੱਜ ਜਾਏਗਾ ਭਲਾ। ਬਾਰ ਬਾਰ ਧਿਆਨ ਹੀ ਜਦੋਂ ਅੰਦਰ ਰਹਿਣਾ ਕਿ ਗੁਰੂ ਸਾਨੂੰ ਕੀ ਕਹਿੰਦਾ ਪਿਆ, ਅਸੀਂ ਕੀ ਕਰਦੇ ਪਏ ਆ। ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਉਹਨਾਂ ਸਿੱਖਾਂ ਨੂੰ ਉਹਨਾਂ ਦੇ ਉੱਤਰ ਦਿੰਦਿਆਂ ਹੋਇਆਂ ਕਿਹਾ, ਕਹਿ ਲੱਗੇ, ਇਹ ਵਿਚਾਰ ਕਰੋ, ਕਿਆ ਗੁਰ ਕਹੈ ਕਰੈ ਹਮ ਕਹਾ, ਸਨੈ ਸਨੈ ਮੋਰ ਮਨ ਤਾਂ। ਮਨ ਨੂੰ ਫਿਰ ਮੁੜ ਉਸ ਬੰਨੇ ਤੋਂ, ਕਿਹੜੇ ਬੰਨੇ ਤੋਂ, ਵੀ ਜਿਹੜੀ ਗੱਲ ਗੁਰੂ ਕਹਿ ਰਿਹਾ ਹੈ ਜੇ ਉਹ ਅਸੀਂ ਨਹੀਂ ਕਰ ਰਹੇ, ਅਸੀਂ ਉਲਟ ਚੱਲ ਰਹੇ ਹਾਂ। ਤੇ ਫਿਰ ਕਵੀ ਸੰਤੋਖ ਸਿੰਘ ਜੀ ਕਹਿੰਦੇ, ਗੁਰੂ ਕਹਿੰਦਾ ਹੈ ਕਿ ਮਨ ਨੂੰ ਉਸ ਬੰਨੇ ਤੋਂ ਮੋੜ ਲਓ, ਮਨ ਨੂੰ ਉਸ ਬੰਨੇ ਤੋਂ ਵਾਪਸ ਲਿਆਓ। ਇਹ ਜਿਹੜੇ ਜਵਾਬ ਦਿੱਤੇ ਸਤਿਗੁਰੂ ਮਹਾਰਾਜ ਜੀ ਨੇ, ਇਹ ਸਿੱਖ ਆਏ ਸਨ
ਭਾਈ ਜਾਪਾ ਮਈਆ ਤੁਲਸਾ ਨਈਆ ਇਹ ਗੁਰੂ ਕੇ ਸਿੱਖ ਸਤਿਗੁਰੂ ਰਾਮਦਾਸ ਮਹਾਰਾਜ ਜੀ ਕੋਲੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ ਸਨ ਤੇ ਸਾਹਿਬ ਨੇ ਉਹਨਾਂ ਨੂੰ ਇਹ ਬਚਨ ਕੀਤਾ ਕਿ ਭਾਈ ਜਿਸ ਤਰ੍ਹਾਂ ਘਰ ਦੇ ਕੰਮ ਖੁਸ਼ੀ ਨਾਲ ਕਰੀਦੇ ਆ ਇਦਾਂ ਬਾਣੀ ਨਾਲ ਪਿਆਰ ਕਰੋ। ਫਿਰ ਬਾਣੀ ਨੂੰ ਪੜ੍ਹੋ ਸੁਣੋ ਫਿਰ ਅਰਥ ਸਮਝੋ। ਅਰਥ ਸਮਝਣ ਤੋਂ ਬਾਅਦ ਇਹ ਜਾਣੋ ਕਿ ਗੁਰੂ ਸਾਨੂੰ ਕੀ ਕਹਿ ਰਿਹਾ ਅਸੀਂ ਕੀ ਕਰ ਰਹੇ ਹਾਂ। ਫਿਰ ਤੁਹਾਡਾ ਮਨ ਵੇਖਿਓ ਟਿਕੇਗਾ, ਫਿਰ ਮਨ ਇੱਧਰ ਉੱਧਰ ਦੌੜੇਗਾ ਭੱਜੇਗਾ ਨਹੀਂ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਮਨ ਦੀ ਹੀ ਗੱਲ ਕਰਦਿਆਂ ਹੋਇਆਂ ਸਾਹਿਬ ਕਹਿ ਰਹੇ ਨੇ ਕਿ ਜਿਸ ਪ੍ਰਭੂ ਪਰਮਾਤਮਾ ਦੀਆਂ ਭਈ ਬੇਅੰਤ ਵਡਿਆਈਆਂ ਨੇ ਬਖਸ਼ਾਂ ਨੇ ਜੋ ਦੇ ਕੇ ਪਛਤਾਉਂਦਾ ਨਹੀਂ ਉਸ ਪ੍ਰਭੂ ਪਰਮਾਤਮਾ ਨੂੰ ਮਨ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਉਹਨੂੰ ਯਾਦ ਕਰੀਏ। ਸਤਿਗੁਰੂ ਕਿਰਪਾ ਕਰ ਰਹੇ ਨੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ। ਏ ਮਨ ਹਰ ਜੀ ਧਿਆਏ ਤੂੰ, ਹੇ ਮੇਰੇ ਮਨਾ ਤੂੰ ਹਰੀ ਪਰਮਾਤਮਾ ਨੂੰ ਧਿਆਉਣਾ ਕਰ। ਇੱਕ ਮਨ ਇੱਕ ਚਿੱਤ ਭਾਏ, ਇੱਕ ਮਨ ਤੇ ਇੱਕ ਚਿੱਤ ਹੋ ਕੇ ਪ੍ਰਭੂ ਦੀ ਵਡਿਆਈ ਕਰੀਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛਤਾਏ। ਪ੍ਰਭੂ ਪਰਮਾਤਮਾ ਦੀਆਂ ਬੇਅੰਤ ਵਡਿਆਈਆਂ ਨੇ ਬਖਸ਼ਿਸ਼ਾਂ ਨੇ ਤੇ ਉਹ ਦਿੰਦਾ ਹੈ ਬਖਸ਼ਿਸ਼ਾਂ ਜੀਵ ਦੇ ਉੱਤੇ ਕਰਦਾ ਵੀ ਹੈ। ਤੇ ਸਾਹਿਬ ਕਹਿੰਦੇ ਉਹ ਦੇ ਕੇ ਕਦੀ ਇਹ ਨਹੀਂ ਕਹਿੰਦਾ ਰੱਬ ਕਿ ਇਹ ਦਾਤ ਮੈਂ ਕਿਉਂ ਦੇ ਬੈਠਾ, ਇਹ ਮੈਂ ਜਿਹੜੀ ਬਖਸ਼ਿਸ਼ ਜੀਵ ਉੱਤੇ ਕਿਉਂ ਕਰ ਬੈਠਾ। ਸਾਹਿਬ ਕਹਿੰਦੇ ਕਦੀ ਵੀ ਰੱਬ ਪਰਮਾਤਮਾ ਇਹ ਬਚਨ ਨਹੀਂ ਕਰਦਾ, ਭਾਵ ਕਿ ਕਦੀ ਵੀ ਦਾਤ ਦੇ ਕੇ ਪਛਤਾਉਂਦਾ ਨਹੀਂ ਹੈ। ਹਉ ਹਰਿ ਕੈ ਸਦ ਬਲਿਹਾਰਨ ਜਿਤ ਸੇਵਿਆ ਸੁਖ ਪਾਏ। ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਅਸੀਂ ਉਸ ਹਰੀ ਪਰਮਾਤਮਾ ਤੋਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ, ਜਿਹਨੂੰ ਇੱਕ ਮਨ ਇੱਕ ਚਿੱਤ ਆਰਾਧ ਕੇ ਮਨ ਇਛੇ ਫਲ ਪ੍ਰਾਪਤ ਕਰ ਲਏ, ਭਾਵ ਉਹਦੇ ਕੋਲੋਂ ਸਰਬ ਸੁੱਖ ਪ੍ਰਾਪਤ ਹੋ ਜਾਂਦੇ ਨੇ। ਉਸ ਦਾ ਜਾਪ ਕਰਨ ਨਾਲ ਨਾਨਕ ਗੁਰਮੁਖ ਮਿਲ ਰਹਾ ਹਉ ਮੈਂ ਸ਼ਬਦ ਜਲਾਏ। ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ ਭਈ ਗੁਰੂ ਦੇ ਰਸਤੇ ਤੇ ਤੁਰ ਕੇ ਜੀਵ ਪ੍ਰਭੂ ਪਰਮਾਤਮਾ ਨੂੰ ਮਿਲ ਲੈਂਦਾ ਹੈ ਤੇ ਉਹਦੇ ਅੰਦਰੋਂ ਵਾਹਿਗੁਰੂ ਪਰਮਾਤਮਾ ਹਉਮੈ ਨੂੰ ਵੀ ਸਾੜ ਦਿੰਦਾ ਹੈ, ਭਾਵ ਕਿ ਖਤਮ ਕਰ ਦਿੰਦਾ ਹੈ। ਸ਼ਬਦ ਰਾਹੀਂ ਇਹ ਹਉਮੈ ਵੀ ਜਲ ਜਾਂਦੀ ਹੈ, ਸੜ ਜਾਂਦੀ ਹੈ। ਮਹੱਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ। ਭਈ ਜੀਵ ਆਪਣੀ ਸਿਆਣਪ ਚਲਾਕੀ ਚਤੁਰਾਈ ਨਾਲ ਨਹੀਂ ਬੇਨਤੀ ਕਰੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਫਿਰ ਆਪ ਹੀ ਪਰਮਾਤਮਾ ਆਪਣੀ ਸੇਵਾ 'ਚ ਆਪਣੇ ਸਿਮਰਨ ਵਿੱਚ ਆਪਣੀ ਯਾਦ ਵਿੱਚ ਆਪੇ ਹੀ ਲਾ ਲੈਂਦਾ ਵਾਹਿਗੁਰੂ, ਆਪੇ ਹੀ ਫਿਰ ਬਖਸ਼ਿਸ਼ਾਂ ਜੀਵ ਦੇ ਉੱਤੇ ਕਰਦਾ ਹੈ। ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਪਰਮਾਤਮਾ ਸਾਰਿਆਂ ਦਾ ਮਾਂ ਬਾਪ ਹੈ। ਜਿਵੇਂ ਮਾਂ ਬਾਪ ਆਪਣੇ ਬੱਚਿਆਂ ਦੀ ਸੰਭਾਲ ਵਾਸਤੇ ਪੂਰਾ ਧਿਆਨ ਦਿੰਦੇ ਨੇ, ਇਸੇ ਤਰ੍ਹਾਂ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੇ ਅਸੀਂ ਸਾਰੇ ਹੀ ਬੱਚੇ ਹਾਂ ਤੇ ਉਹ ਸਾਡਾ ਵੀ ਪਰਮਾਤਮਾ ਧਿਆਨ ਰੱਖਦਾ ਹੈ ਕੀ ਇਹਨਾਂ ਨੂੰ ਚਾਹੀਦਾ ਹੈ ਕੀ ਨਹੀਂ ਚਾਹੀਦਾ, ਕਿਹੜੀ ਦਾਤ ਚਾਹੀਦੀ ਹੈ। ਜੋ ਜੀਵ ਨੂੰ ਚਾਹੀਦਾ, ਜਿਵੇਂ ਮਾਂ ਬਾਪ ਨੂੰ ਪਤਾ ਹੁੰਦਾ ਹੈ ਕਿ ਸਿਆਲ ਆ ਗਿਆ ਹੈ, ਸਿਆਲ ਦੇ ਵਿੱਚ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਗਰਮੀ ਆ ਗਈ, ਗਰਮੀ ਵਿੱਚ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਛੋਟੇ ਹੁੰਦਿਆਂ ਦੀਆਂ ਕੀ ਲੋੜਾਂ ਹੈ, ਜਦੋਂ ਜਵਾਨ ਹੋ ਗਿਆ ਫਿਰ ਕਿਹੜੀਆਂ ਲੋੜਾਂ ਬਣ ਜਾਂਦੀਆਂ ਨੇ। ਇਸੇ ਤਰ੍ਹਾਂ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਵੀ ਉਹ ਸਾਡੀਆਂ ਸਾਰੀਆਂ ਲੋੜਾਂ ਬਾਰੇ ਜਾਣਦਾ ਹੈ। ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਸਾਡੇ ਹਰ ਦੁੱਖ ਸੁੱਖ ਨੂੰ ਸਮਝਦਾ ਹੈ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਮਾਂ ਬਾਪ ਦੀ ਤਰ੍ਹਾਂ ਹੈ ਤੇ ਸਾਰਿਆਂ ਜੀਵਾਂ ਦੀ ਸੰਭਾਲ ਪ੍ਰਭੂ ਪਰਮਾਤਮਾ ਆਪ ਕਰ ਰਿਹਾ ਹੈ, ਸਾਰਿਆਂ ਦੀ ਸਾਰ ਵੀ ਆਪ ਹੀ ਲੈਂਦਾ ਹੈ। ਨਾਨਕ ਨਾਮ ਧਿਆਨ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸ਼ੋਭਾ ਹੋਏ। ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਭਾਈ ਜਿਹੜੇ ਹਰੀ ਪਰਮਾਤਮਾ ਦਾ ਨਾਮ ਧਿਆਉਂਦੇ ਨੇ ਉਹ ਨਿਜ ਘਰ ਅੰਤਰ ਆਤਮੇ ਟਿਕ ਜਾਂਦੇ ਨੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਫਿਰ ਉਹਨਾਂ ਦੀ ਵਡਿਆਈ ਉਹਨਾਂ ਦੀ ਸ਼ੋਭਾ ਜੁਗਾਂ ਜੁਗੰਤਰਾਂ ਤੱਕ ਹੀ ਫਿਰ ਉਹਨਾਂ ਦੀ ਵਡਿਆਈ ਸ਼ੋਭਾ ਰਹਿੰਦੀ ਹੈ। ਜਦੋਂ ਅਸੀਂ ਗੁਰਬਾਣੀ ਵਿੱਚੋਂ ਇਹ ਪੜ੍ਹਦੇ ਹਾਂ ਕਿ ਰੱਬ ਦੇ ਪਿਆਰੇ ਭਗਤ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਉਹਨਾਂ ਬਾਰੇ ਤਾਂ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਹਰਿ ਕਾ ਸੇਵਕ ਸੋ ਹਰਿ ਜੇਹਾ ਭੇਦ ਨ ਜਾਣੋ ਮਾਨਸ ਦੇਹਾ। ਉਹਨਾਂ ਬੰਦਗੀ ਵਾਲਿਆਂ ਬਾਰੇ ਬਾਣੀ ਇਹ ਕਹਿੰਦੀ ਹੈ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ।
ਭਈ ਉਹ ਤਾਂ ਸਦਾ ਹੀ ਜਿਉਂਦੇ ਨੇ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨੂੰ ਧਿਆਇਆ, ਉਹਦੀ ਬੰਦਗੀ ਕੀਤੀ। ਸਾਹਿਬ ਕਹਿੰਦੇ ਜੁਗਾਂ ਜਗੰਤਰਾਂ ਤੱਕ ਉਹਨਾਂ ਦੀ ਵਡਿਆਈ ਸ਼ੋਭਾ ਰਹਿੰਦੀ ਹੈ। ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ। ਹੇ ਸ੍ਰਿਸ਼ਟੀ ਨੂੰ ਬਣਾਉਣ ਵਾਲੇ, ਹੇ ਸਮਰੱਥ ਅਕਾਲ ਪੁਰਖ ਵਾਹਿਗੁਰੂ ਕਰਤਾ ਜੀਓ, ਤੁਸੀਂ ਆਪ ਹੀ ਸਭ ਕੁਝ ਕਰਨ ਕਾਰਨ ਦੀ ਸਮਰੱਥਾ ਤੁਸੀਂ ਰੱਖਦੇ ਹੋ। ਮੈਂ ਤੁਝ ਬਿਨ ਅਵਰ ਨਾ ਕੋਈ, ਮੈਂ ਤੁਹਾਡੇ ਤੋਂ ਬਿਨਾਂ ਕਿਸੇ ਹੋਰ ਨੂੰ ਆਪਣੇ ਚਿੱਤ ਵਿੱਚ, ਖਿਆਲ ਵਿੱਚ, ਮਨ ਵਿੱਚ ਲਿਆਉਂਦਾ ਹੀ ਨਹੀਂ ਹਾਂ, ਕਿਉਂਕਿ ਮੈਨੂੰ ਸਮਝ ਆ ਗਈ ਹੈ ਕਿ ਸਭ ਕੁਝ ਬਣਾਉਣ ਵਾਲੇ ਤੁਸੀਂ, ਸਭ ਕੁਝ ਕਰਨ ਵਾਲੇ ਤੁਸੀਂ, ਸਭ ਦੀ ਪ੍ਰਤਪਾਲਨਾ ਕਰਨ ਵਾਲੇ ਤੁਸੀਂ। ਸਾਨੂੰ ਸਤਿਗੁਰੂ ਇਹ ਸ਼ਬਦ ਰਾਹੀਂ ਕਹਿ ਰਹੇ ਨੇ ਕਿ ਤੁਸੀਂ ਵੀ ਉਸ ਪਰਮਾਤਮਾ ਇੱਕ ਪਰਮੇਸ਼ਰ ਦੇ ਉੱਤੇ ਟੇਕ ਰੱਖੋ, ਇੱਕ ਤੇ ਭਰੋਸਾ ਬਣਾ ਕੇ ਰੱਖੋ, ਉਹਦੇ ਤੇ ਬਣਾਓ ਜਿਹੜਾ ਸਮਰੱਥ ਹੈ, ਕਰਤਾ ਸਾਰਾ ਕੁਝ ਬਣਾਉਣ ਵਾਲਾ ਹੈ। ਉਹਦੇ ਤੋਂ ਬਿਨਾਂ ਕਿਸੇ ਦੂਜੇ ਹੋਰ ਦੇਵੀ ਦੇਵਤੇ ਆਦਿਕ ਜਾਂ ਹੋਰ ਕਿਸੇ ਪੀਰ ਪੈਗੰਬਰ ਕਿਸੇ ਦਾ ਮਨ ਚਿੱਤ ਵਿੱਚ ਕੋਈ ਖਿਆਲ ਨਾ ਆਵੇ ਕਿ ਰੱਬ ਤੋਂ ਬਿਨਾਂ ਕੋਈ ਹੋਰ ਹੈ। ਸਾਹਿਬ ਕਹਿੰਦੇ ਉਹੀ ਪਰਮਾਤਮਾ ਇੱਕ ਅਕਾਲ ਪੁਰਖ ਵਾਹਿਗੁਰੂ ਸਮਰੱਥ ਜੋ ਹੈ, ਸਭ ਕੁਝ ਕਰਨ ਕਾਰਨ ਦੀ ਤਾਕਤ ਜਿਹਦੇ ਕੋਲੇ ਹੈ, ਉਹਨੂੰ ਹੀ ਆਪਣੇ ਧਿਆਨ ਵਿੱਚ ਰੱਖੋ, ਉਹਦੇ ਤੋਂ ਬਿਨਾਂ ਕੋਈ ਦੂਜਾ ਹੋਰ ਹੈ ਨਹੀਂ। ਤੁਧ ਆਪੇ ਸਿਸ਼ਟ ਸਿਰਜੀਆ, ਆਪੇ ਫੁਨ ਗੋਈ। ਗੋਈ ਮੈਨੇ ਦਾ ਨਾਸ਼ ਕਰ ਦੇਣਾ, ਖਤਮ ਕਰ ਦੇਣਾ। ਸਾਹਿਬ ਕਹਿੰਦੇ ਨੇ ਉਸੇ ਹੀ ਪਰਮਾਤਮਾ ਵਾਹਿਗੁਰੂ ਨੇ ਆਪੇ ਹੀ ਸ੍ਰਿਸ਼ਟੀ ਨੂੰ ਸਿਰਜਿਆ ਹੈ, ਆਪ ਹੀ ਪਰਮਾਤਮਾ ਨੇ ਬਣਾਇਆ ਹੈ ਤੇ ਖਤਮ ਵੀ ਉਹ ਆਪ ਹੀ ਕਰਦਾ ਹੈ। ਭਾਵ ਜੀਵਾਂ ਨੂੰ ਪੈਦਾ ਵੀ ਆਪ ਹੀ ਕਰਦਾ ਹੈ, ਜੀਵਾਂ ਨੂੰ ਖਤਮ ਵੀ ਆਪ ਕਰਦਾ। ਸ੍ਰਿਸ਼ਟੀ ਵੀ ਉਸੇ ਨੇ ਬਣਾਈ ਹੈ ਤੇ ਖਤਮ ਵੀ ਜਦੋਂ ਜੀਵ ਦਾ ਕਰੇਗਾ ਉਹੀ ਕਰੇਗਾ, ਕੋਈ ਹੋਰ ਨਹੀਂ। ਸਾਹਿਬ ਕਹਿੰਦੇ ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਇੱਥੇ ਸ਼ਬਦ ਅਰਥ ਹੁਕਮ ਕੀਤਾ ਵਿਦਵਾਨਾਂ ਨੇ ਕਿ ਉਸ ਪਰਿਪੂਰਨ ਪਰਮਾਤਮਾ ਦਾ ਭਈ ਹੁਕਮ ਸਾਰੇ ਬੰਨੇ ਉਹਦਾ ਹੀ ਵਰਤਦਾ ਹੈ, ਹੋਰ ਕਿਸੇ ਦਾ ਨਹੀਂ। ਪਰਮਾਤਮਾ ਦੇ ਹੁਕਮ ਦੀ ਖੇਡ ਹੀ ਸਾਰੇ ਸੰਸਾਰ ਵਿੱਚ ਚੱਲ ਰਹੀ ਹੈ। ਵਡਿਆਈ ਗੁਰਮੁਖ ਦੇ ਪ੍ਰਭ, ਹਰ ਪਾਵੈ ਸੋਈ। ਹਰੀ ਪਰਮਾਤਮਾ ਦੇ ਦਰ ਉੱਤੇ ਉਹ ਜੀਵ, ਉਹ ਜਨ, ਉਹ ਸੇਵਕ ਪ੍ਰਵਾਨ ਹੋ ਜਾਂਦਾ ਹੈ, ਜਿਹਦੇ ਤੇ ਵਾਹਿਗੁਰੂ ਕਿਰਪਾ ਕਰ ਦੇਵੇ, ਜਿਹੜਾ ਗੁਰੂ ਦੇ ਮਾਰਗ ਤੇ ਤੁਰ ਪੈਂਦਾ ਹੈ। ਸਾਹਿਬ ਜੀ ਕਹਿੰਦੇ ਪਰਮਾਤਮਾ ਆਪ ਹੀ ਉਸ ਨੂੰ ਵਡਿਆਈ ਬਖਸ਼ਦਾ ਹੈ, ਆਪ ਹੀ ਉਸ ਨੂੰ ਸ਼ੋਭਾ ਮਾਨ ਨਿਸ਼ਚਿਤ ਬਖਸ਼ਦਾ ਹੈ। ਜਿਵੇਂ ਅਸੀਂ ਬਚਨ ਪੜ੍ਹਦੇ ਹਾਂ 12 ਮਾਹ ਦੀ ਬਾਣੀ ਵਿੱਚੋਂ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਦੋਂ ਕੋਈ ਜੀਵ ਚੰਗਾ ਕਰਮ ਕਰੇਗਾ ਤੇ ਕਹਿਣ ਦੀ ਲੋੜ ਹੀ ਨਹੀਂ ਪੈਂਦੀ, ਆਪੇ ਲੋਕੀ ਕਹਿਣਗੇ। ਕੋਈ ਸੰਗਤ ਕਰਨ ਲੱਗ ਪਵੇ, ਬਾਣੀ ਪੜ੍ਹਨ ਲੱਗ ਪਵੇ, ਸੇਵਾ ਕਰਨ ਲੱਗ ਪਵੇ, ਸਿਮਰਨ ਕਰਨ ਲੱਗ ਪਵੇ, ਤਾਂ ਜਦੋਂ ਇਸ ਤਰ੍ਹਾਂ ਕੋਈ ਜੀਵ ਇਹ ਕਰਨ ਲੱਗ ਪਏਗਾ ਫਿਰ ਉਹਨੂੰ ਥੋੜ੍ਹਾ ਕਹਿਣ ਦੀ ਲੋੜ ਪੈਂਦੀ ਹੈ ਵੀ ਇਸ਼ਤਿਹਾਰ ਛਪਾਉਣੇ ਪੈਂਦੇ ਆ ਕਿ ਲਵਾਉਣੇ ਪੈਂਦੇ ਆ ਕਿਤੇ, ਆਪਣੀ ਮਾਨ ਇੱਜ਼ਤ ਵਡਿਆਈ ਸ਼ੋਭਾ ਵਾਸਤੇ ਆਪਣੇ ਆਪ ਹੀ ਲੋਕ ਕਹਿਣ ਲੱਗ ਪੈਂਦੇ ਆ ਵੀ ਦੇਖੋ ਭਈ ਕਿੱਡਾ ਰੱਬ ਦਾ ਪਿਆਰਾ ਹੈ, ਗੁਰੂ ਘਰ ਜਾਂਦਾ ਹੈ, ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਚੰਗਾ ਕਰਮ ਕਰਦਾ ਹੈ, ਪਰਉਪਕਾਰੀ ਹੈ। ਜਦੋਂ ਮਨੁੱਖ ਦੇ ਅੰਦਰ ਗੁਣ ਪ੍ਰਗਟ ਹੁੰਦੇ ਨੇ ਤੇ ਉਹਨਾਂ ਗੁਣਾਂ ਕਰਕੇ ਫਿਰ ਲੋਕ ਉਹਦੀ ਵਡਿਆਈ ਸ਼ੋਭਾ ਮਾਨ ਇੱਜ਼ਤ ਕਰਦੇ ਹੈ। ਸਾਹਿਬ ਕਹਿੰਦੇ ਤੂੰ ਸੱਚ ਦੇ ਮਾਰਗ ਤੇ ਤੁਰਿਆ ਚੱਲ, ਪ੍ਰਭੂ ਪਰਮਾਤਮਾ ਆਪ ਪਰਮੇਸ਼ਰ ਫਿਰ ਵਡਿਆਈਆਂ ਬਖਸ਼ਿਸ਼ਾਂ ਦਿੰਦਾ ਹੈ ਤੇ ਹਰੀ ਦੇ ਦਰ ਉੱਤੇ ਉਹ ਜੀਵ ਸ਼ੋਭਾ ਪਾਉਂਦਾ ਹੈ। ਗੁਰਮੁਖ ਨਾਨਕ ਆਰਾਧਿਆ, ਜਿਸ ਵੀ ਜੀਵ ਨੇ ਗੁਰੂ ਦੇ ਮਾਰਗ ਉੱਤੇ ਚੱਲ ਕੇ ਪ੍ਰਭੂ ਪਰਮਾਤਮਾ ਵਾਹਿਗੁਰੂ ਦਾ ਆਰਾਧਨ ਕੀਤਾ ਹੈ, ਉਹਦਾ ਸਿਮਰਨ ਕੀਤਾ ਹੈ, ਤੇ ਸਾਹਿਬ ਜੀ ਕਹਿੰਦੇ ਨੇ ਜਿਸ ਪ੍ਰਭੂ ਪਰਮਾਤਮਾ ਨੇ ਇੰਨੀਆਂ ਕੁ ਰਹਿਮਤਾਂ ਜੀਵ ਉੱਤੇ ਕੀਤੀਆਂ ਨੇ, ਜਿਹਦਾ ਸਿਮਰਨ ਕਰਨ ਦੇ ਨਾਲ ਬੇਅੰਤ ਰਹਿਮਤਾਂ ਅਸੀਂ ਪ੍ਰਾਪਤ ਕਰਦੇ ਹਾਂ। ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਕਹਿੰਦੇ ਸਭ ਆਖੋ ਧੰਨ 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 ਗੁਰ ਸੋਈ। ਭਈ ਉਹ ਗੁਰੂ ਧੰਨ ਧੰਨ ਹੈ, ਉਸ ਗੁਰੂ ਨੂੰ ਧੰਨ ਧੰਨ ਕਹੋ ਜਿਸ ਗੁਰੂ ਦੇ ਚਰਨਾਂ ਨਾਲ ਜੁੜ ਕੇ ਮਨ ਟਿਕਦਾ, ਜਿਸ ਗੁਰੂ ਦੇ ਚਰਨਾਂ ਨਾਲ ਜੁੜ ਕੇ ਪ੍ਰਭੂ ਪਰਮਾਤਮਾ ਦੇ ਦਰ ਘਰ ਦੀ ਸੂਝ-ਬੂਝ ਆਉਂਦੀ ਹੈ, ਜਿਸ ਗੁਰੂ ਦੇ ਚਰਨਾਂ ਨਾਲ ਜੁੜ ਕੇ ਬਾਣੀ ਪੜ੍ਹਨ ਨੂੰ, ਸੇਵਾ ਕਰਨ ਨੂੰ, ਸਿਮਰ ਕਰਨ ਨੂੰ, ਸਤਸੰਗਤ ਕਰਨ ਨੂੰ, ਪਰਉਪਕਾਰ ਕਰਨ ਲਈ ਅੰਦਰ ਚੰਗੇ ਫੁਰਨੇ ਪੈਦਾ ਹੁੰਦੇ ਨੇ, ਚੰਗੇ ਵਿਚਾਰ ਪੈਦਾ ਹੁੰਦੇ ਨੇ। ਜਿਸ ਗੁਰੂ ਦੇ ਰਾਹੀਂ ਜੀਵਨ ਬਦਲਦਾ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਉਸ ਗੁਰੂ ਨੂੰ ਫਿਰ ਧੰਨ ਧੰਨ ਕਹਿਣਾ ਚਾਹੀਦਾ, ਉਹਦੀ ਵਡਿਆਈ ਕਰਨੀ ਚਾਹੀਦੀ ਹੈ। ਉਸ ਗੁਰੂ ਨੂੰ ਬਾਰ-ਬਾਰ ਆਪਣੀ ਰਸਨਾ ਤੋਂ ਕਹਿਣਾ ਚਾਹੀਦਾ ਧੰਨ ਹਨ ਗੁਰੂ ਜੀ, ਧੰਨ ਹਨ। ਇਸੇ ਕਰਕੇ ਸਾਹਿਬ ਨੇ ਬਾਣੀ ਵਿੱਚ ਕਿਹਾ ਹੈ ਗੁਰੂ ਗੁਰੂ ਗੁਰ ਕਰ ਮਨ ਮੋਰ,
ਗੁਰੂ ਬਿਨਾ ਮੈਂ ਨਾਹੀ ਹੋਰ ਹੈ ਮੇਰੇ ਮਨਾ। ਗੁਰੂ ਗੁਰੂ ਜਪ ਭਾਵ ਕਿ ਗੁਰੂ ਦੀ ਵਡਿਆਈ ਸ਼ੋਭਾ ਉਸਤਤ ਕਰ। ਜਿਸ ਗੁਰੂ ਦੀ ਵਡਿਆਈ ਕਰਨ ਦੇ ਨਾਲ ਜੀਵ ਦਾ ਜੀਵਨ ਸਫਲ ਹੋ ਜਾਂਦਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਰਹਿਮਤ ਬਖਸ਼ਿਸ਼ ਕੀਤੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਰਾਹੀਂ, ਜੋ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਮਨ ਦਾ ਟਿਕਾਓ ਬਣਾ ਕੇ ਮਨ ਚਿੱਤ ਇਕਾਗਰ ਕਰਕੇ ਉਸ ਪ੍ਰਭੂ ਪਰਮਾਤਮਾ ਦੀ ਵਡਿਆਈ ਕਰਾਂਗੇ। ਉਹਦੇ ਦਰ ਘਰ ਤੋਂ ਫਿਰ ਬੇਅੰਤ ਜੀਵ ਨੂੰ ਰਹਿਮਤਾਂ ਮਿਲਦੀਆਂ ਨੇ, ਅਤੇ ਜਿਹੜਾ ਪਰਮਾਤਮਾ ਉਹ ਰਹਿਮਤਾਂ ਬਖਸ਼ਿਸ਼ਾਂ ਦਿੰਦਾ ਹੈ ਉਹ ਸਾਨੂੰ ਬਖਸ਼ਿਸ਼ਾਂ ਦੇ ਕੇ ਕਦੇ ਵੀ ਉਸ ਨੂੰ ਪਛਤਾਵਾ ਨਹੀਂ ਲੱਗਦਾ। ਕਿਉਂ ਨਹੀਂ ਲੱਗਦਾ? ਕਿਉਂਕਿ ਜਿਸ ਤਰ੍ਹਾਂ ਮਾਂ ਬਾਪ ਜਦੋਂ ਆਪਣੇ ਬੱਚੇ ਨੂੰ ਜੋ ਦਿੰਦੇ ਨੇ, ਅਤੇ ਮਾਂ ਬਾਪ ਆਪਣੇ ਬੱਚੇ ਨੂੰ ਕੋਈ ਵੀ ਚੀਜ਼ ਦੇ ਕੇ ਪਛਤਾਉਂਦੇ ਥੋੜ੍ਹਾ ਹੈ। ਉਹਨਾਂ ਨੂੰ ਚਾਅ ਹੁੰਦਾ ਹੈ, ਖੁਸ਼ੀ ਖੁਸ਼ੀ ਆਪਣੇ ਬੱਚੇ ਦੀ ਸੰਭਾਲ ਕਰਦੇ, ਉਹਨਾਂ ਨੂੰ ਦਾਤਾਂ ਦਿੰਦੇ ਹੈ। ਇਸੇ ਤਰ੍ਹਾਂ ਪਰਮਾਤਮਾ ਸਾਡਾ ਮਾਤਾ ਪਿਤਾ, ਅਸੀਂ ਉਹਦੇ ਬੱਚੇ ਹਾਂ। ਉਹ ਸਾਨੂੰ ਵੀ ਜਦੋਂ ਬਖਸ਼ਿਸ਼ ਦੇ ਘਰ ਵਿੱਚ ਆ ਕੇ ਰਹਿਮਤਾਂ ਦਿੰਦਾ ਹੈ, ਬਖਸ਼ਿਸ਼ ਦੇ ਘਰ ਵਿੱਚ ਆ ਕੇ ਦਾਤਾਂ ਦਿੰਦਾ ਹੈ, ਤਾਂ ਪਰਮਾਤਮਾ ਦਾਤ ਦੇ ਕੇ ਪਛਤਾਉਂਦਾ ਨਹੀਂ। ਅਸੀਂ ਵੱਖਰੀ ਗੱਲ ਹੈ ਕਿ ਜਿਸ ਤਰ੍ਹਾਂ ਬੱਚੇ ਜਿਹੜੇ ਹਨ ਪੁੱਤ ਕਪੁੱਤ ਹੋ ਜਾਂਦੇ ਨੇ, ਇਸੇ ਤਰ੍ਹਾਂ ਅਸੀਂ ਰੱਬ ਵਾਲੇ ਬੰਨੇ ਤੋਂ ਦਾਤਾਂ ਲੈ ਕੇ ਰੱਬ ਨੂੰ ਜ਼ਰੂਰ ਭੁਲਾ ਦਿੰਦੇ ਹਾਂ, ਪਰ ਉਹ ਸਾਨੂੰ ਹਮੇਸ਼ਾ ਪਰਮਾਤਮਾ ਯਾਦ ਹੀ ਰੱਖਦਾ, ਭੁਲਾਉਂਦਾ ਨਹੀਂ ਹੈ। ਅਸੀਂ ਦਾਤ ਲੈ ਕੇ ਦਾਤ ਨਾਲ ਮੋਹ ਪਾ ਕੇ ਉਹਨੂੰ ਵਿਸਾਰ ਦਿੰਦੇ ਹਾਂ, ਜਿਸ ਬਾਰੇ ਬਾਣੀ ਨੇ ਕਿਹਾ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ। ਅਸੀਂ ਦਾਤ ਨਾਲ ਮੋਹ ਪਾ ਲੈਂਦੇ ਹਾਂ, ਅਤੇ ਜਿਹਨੇ ਦਿੱਤੀ ਹੈ ਦਾਤ ਉਹਦੇ ਵੱਲੇ ਪਿੱਠ ਕਰ ਲੈਂਦੇ ਹਾਂ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨਾ ਭਾਈ, ਮਨ ਚਿੱਤ ਕਰਕੇ ਉਸ ਪ੍ਰਭੂ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ, ਕਰਨਾ ਚਾਹੀਦਾ ਯਾਦ, ਗੁਰੂ ਗੁਰੂ ਜਪਣਾ ਚਾਹੀਦਾ ਹੈ, ਤਾਂ ਕਿ ਜੀਵਨ ਜਿਹੜਾ ਹੈ ਇਹ ਸਫਲ ਹੋ ਜਾਵੇ। ਸ਼ਬਦ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣਯੋਗ ਹੈ, ਭੁੱਲ ਚੁੱਕ ਦੀ ਖਿਮਾ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।